ਇੱਥੇ ਆਏ ਤੇ ਉਹਨਾਂ ਦੇ ਕੋਲ ਤਾਂ ਬੱਸ ਦੇ ਕਿਰਾਏ ਜੋਗੇ ਵੀ ਪੈਸੇ ਨਹੀਂ ਸੀਗੇ। ਕੁਛ ਤਾਂ ਆਪਣੀ ਜ਼ਮੀਨਾਂ ਵੇਚ ਕੇ ਬਾਹਰ ਗਏ ਸੀਗੇ। ਅਮਰੀਕਾ ਜਾਣ ਦਾ ਰੇਟ ਤਾਂ ਘੱਟੋ ਘੱਟ 20 ਲੱਖ ਤੋਂ ਵੱਧ ਹੈ ਤੇ ਉਹਨਾਂ ਦੇ ਉਹ ਪੈਸੇ ਵਾਪਸ ਦਿਵਾਉਣ ਦੇ ਯਤਨ ਕੀਤੇ ਜਾਣਗੇ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਅਮਰੀਕਾ ਸੁਪਨਿਆਂ ਦੀ ਧਰਤੀ, ਤਿਲਸਮੀ ਰੰਗ, ਮਿਕਨਾਤੀਸੀ ਜਿਹੀ ਖਿੱਚ, ਇਹਨਾਂ ਤਿਲਸਮੀ ਰੰਗਾਂ ਕਰਕੇ ਹੀ ਅਮਰੀਕਾ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਆ। ਸਾਰੀ ਦੁਨੀਆ ਦੇ ਲੋਕ, ਖਾਸ ਕਰਕੇ ਵਿਕਾਸਸ਼ੀਲ ਮੁਲਕਾਂ ਦੇ, ਤੀਜੀ ਦੁਨੀਆ ਦੇ ਮੁਲਕਾਂ ਦੇ ਲੋਕਾਂ ਦੀ ਤਾਂ ਸਭ ਤੋਂ ਵੱਡੀ ਖਾਹਿਸ਼ ਅਮਰੀਕਾ ਪਹੁੰਚਣਾ ਹੈ। ਅਮਰੀਕਾ ਜਾ ਕੇ ਖੁੱਲ੍ਹਾ ਖਾਣ ਪੀਣ, ਖੁੱਲ੍ਹਾ ਰਹਿਣ ਸਹਿਣ ਉਹਨਾਂ ਨੂੰ ਲੁਭਾਉਂਦਾ ਹੈ। ਰੁਜ਼ਗਾਰ, ਰੋਟੀ ਰੋਜ਼ੀ ਦੇ ਫਿਕਰ, ਬਿਹਤਰ ਜ਼ਿੰਦਗੀ ਦੇ ਫਿਕਰ ਉਹਨਾਂ ਨੂੰ ਅਮਰੀਕਾ ਜਾਣ ਲਈ ਮਜਬੂਰ ਕਰਦੇ ਨੇ। ਅਮਰੀਕਾ ਸੋਨੇ ਦੀ ਡਲਕਦੀ ਘਾਟੀ ਹੈ, ਜਿੱਥੇ ਪੁੱਜ ਕੇ ਵੱਡੇ ਵੱਡੇ ਯੋਧੇ ਤੇ ਸ਼ਾਹ ਸਵਾਰ ਵੀ ਕਈ ਵਾਰ ਪਸਤ ਪੈ ਜਾਂਦੇ ਨੇ। ਹਾਂ, ਕੋਈ ਜਿੱਤ ਵੀ ਜਾਂਦਾ ਹੈ, ਪਰ ਬਹੁਤੇ ਫਾਡੀ ਰਹਿ ਜਾਂਦੇ ਨੇ। ਅਮਰੀਕਾ ਤੱਕ ਪੁੱਜਦਿਆਂ ਦਮ ਤੋੜ ਜਾਂਦੇ ਨੇ ਉਹਨਾਂ ਦੇ ਹੌਸਲੇ। ਟਰੰਪ ਪ੍ਰਸ਼ਾਸਨ ਵੱਲੋਂ ਮੈਕਸੀਕੋ ਦੇ ਨਾਲ ਉਸਾਰੀ ਜਾ ਰਹੀ ਵੱਡੀ ਕੰਧ ਇਸ ਗੱਲ ਦੀ ਗਵਾਹੀ ਭਰਦੀ ਹੈ ਅਤੇ ਵੱਖ-ਵੱਖ ਮੁਲਕਾਂ ਤੋਂ ਅਮਰੀਕਾ ਜਾਂਦੇ ਰਾਹ ਵਿੱਚ ਡੁੱਬ ਜਾਂਦੇ ਜਾਂ ਤੁਰ ਕੇ ਪੈਦਲ ਲੰਬੀ ਯਾਤਰਾ 'ਤੇ ਨਿਕਲੇ ਲੋਕ, ਮੈਕਸੀਕਨ ਤੇ ਹੋਰ ਬਥੇਰੀ ਤਰ੍ਹਾਂ ਦੇ ਮੁਲਕਾਂ ਦੇ ਲੋਕ, ਉਹ ਇਸੇ ਗੱਲ ਦੀ ਸ਼ਾਦੀ ਭਰਦੇ ਨੇ ਕਿ ਅਮਰੀਕਾ ਵਿੱਚ ਚੰਗੀ ਜ਼ਿੰਦਗੀ ਦੀ ਆਸ ਵਿੱਚ ਕੋਈ ਕੁਝ ਵੀ ਕਰ ਗੁਜ਼ਰ ਸਕਦਾ ਹੈ। ਪਿਛਲੇ ਦਿਨੀ ਹੀ 165 ਦੇ ਕਰੀਬ ਭਾਰਤੀਆਂ ਨੂੰ ਅਮਰੀਕਾ ਦਾ ਇੱਕ ਜਹਾਜ਼ ਅੰਮ੍ਰਿਤਸਰ ਲਾ ਕੇ ਤੁਰਦਾ ਬਣਿਆ। 40-50 ਪੁਲਿਸ ਵਾਲੇ ਅਮਰੀਕਾ ਤੋਂ ਆਏ, ਚਾਰਟਰ ਜਹਾਜ਼ ਆਇਆ ਤੇ ਉਹ ਸਾਰੇ ਇੱਥੇ ਭਾਰਤੀਆਂ ਨੂੰ ਡਿਪੋਰਟ ਕਰਕੇ ਤੁਰਦੇ ਲੱਗੇ। ਇਹਨਾਂ ਵਿੱਚ 65-70 ਪੰਜਾਬੀ ਵੀ ਹਨ। ਇਹ ਡਿਪੋਰਟ ਕੀਤੇ ਗਏ ਭਾਰਤੀ ਉੱਥੇ ਵੱਖ-ਵੱਖ ਡਿਟੈਂਸ਼ਨ ਸੈਂਟਰਾਂ ਵਿੱਚ ਬੰਦ ਸਨ। ਇਹ ਬੰਦੀ ਉਹਨਾਂ ਦੀ ਕੋਈ 1.5 ਸਾਲ ਤੋਂ ਸੀ, ਕੁਝ ਵੱਧ ਵੀ ਹੋਣਗੇ, ਵੱਧ ਸਮੇਂ ਤੋਂ ਵੀ ਬੰਦੀ ਹੋਣਗੇ ਤੇ ਕੁਝ ਘੱਟ ਸਮੇਂ ਤੋਂ, ਤੇ ਉੱਥੇ ਉਹ ਬਹੁਤ ਸਖਤ ਜ਼ਿੰਦਗੀ ਜਿਉਂ ਕੇ ਆਏ ਨੇ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹਨਾਂ ਵਿੱਚੋਂ ਬਹੁਤੇ ਬਿਨਾਂ ਪਾਸਪੋਰਟਾਂ ਤੋਂ ਵਾਪਸ ਮੋੜੇ ਗਏ ਨੇ। ਇਹ ਪਾਸਪੋਰਟ ਉਹਨਾਂ ਦੇ ਕਿੱਧਰ ਗਏ? ਸੁਭਾਵਿਕ ਹੈ ਕਿ ਗੈਰ ਕਾਨੂੰਨੀ ਤੌਰ 'ਤੇ ਜਾਂ ਟਰੈਵਲ ਏਜੰਟਾਂ ਦੇ ਢਹੇ ਚੜ੍ਹ ਕੇ ਉਹਨਾਂ ਨੇ ਹਰ ਹਰਬਾ ਵਰਤਿਆ, ਹਰ ਰਾਹ ਅਪਣਾਇਆ ਅਮਰੀਕਾ ਵਿੱਚ ਰੋਟੀ ਰੋਜ਼ੀ ਕਮਾਉਣ ਜਾਣ ਲਈ। ਕੁਛ ਤਾਂ ਆਪਣੀ ਜ਼ਮੀਨਾਂ ਵੇਚ ਕੇ ਬਾਹਰ ਗਏ ਸੀਗੇ। ਕੁਝ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਗਏ, ਜਿਨ੍ਹਾਂ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਮਿਸਗਾਈਡ ਕੀਤਾ ਪਰ ਵਾਪਸ ਆਏ ਨੇ। ਜਦੋਂ ਇੱਥੇ ਆਏ ਤੇ ਉਹਨਾਂ ਦੇ ਕੋਲ ਤਾਂ ਬੱਸ ਦੇ ਕਿਰਾਏ ਜੋਗੇ ਵੀ ਪੈਸੇ ਨਹੀਂ ਸੀਗੇ, ਨਾ ਉਹਨਾਂ ਕੋਲ ਖਾਣ ਦੇ ਪੈਸੇ ਸੀਗੇ। ਉਹ ਫਿਰ ਹਾਲੇ ਸਰਕਾਰ ਦੀਆਂ ਜੋ ਹਦਾਇਤਾਂ ਸੀਗੀਆਂ ਉਹਦੇ ਮੁਤਾਬਕ 14 ਦਿਨ ਵਾਸਤੇ ਉਹਨਾਂ ਨੂੰ ਇੰਸਟੀਟਿਊਸ਼ਨਲ ਕੁਆਰੰਟਾਈਨ ਕੀਤਾ ਗਿਆ ਹੈਗਾ ਔਰ ਗਵਰਨਮੈਂਟ ਉਹਨਾਂ ਵਾਸਤੇ ਫ੍ਰੀ ਫੂਡ ਦਾ, ਰਹਿਣ ਦਾ ਇੰਤਜ਼ਾਮ ਸਾਰਾ ਕੁਝ ਇੱਥੇ ਕੀਤਾ ਹੋਇਆ ਅੰਮ੍ਰਿਤਸਰ ਦੇ ਵਿੱਚ ਔਰ ਜਿੱਥੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸੀਗੇ। ਜਦੋਂ ਕੁਆਰੰਟਾਈਨ ਕੰਪਲੀਟ ਹੋਊਗਾ ਜੀ, ਫਿਰ ਉਹਨਾਂ ਨੂੰ ਸਰਕਾਰੀ ਬੱਸਾਂ ਦੇ ਰਾਹੀਂ ਹੀ ਉਹਨਾਂ ਦੇ ਜਿਹੜੇ ਇਲਾਕੇ ਪਿੰਡਾਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਭੇਜ ਦਿੱਤਾ ਜਾਏਗਾ। ਇਹ ਦੋ ਇਸ਼ੂਜ਼ ਹੈਗੇ ਆ। ਇੱਕ ਤਾਂ ਹੈਗਾ ਜੀ ਇੱਕ ਲੀਗਲ ਐਂਗਲ ਕਿ ਇਹ ਜਿਸ ਟਰੈਵਲ ਏਜੰਟ ਦੇ ਥਰੂ ਗਏ ਸੀਗੇ ਬਾਹਰ, ਉਹ ਰਜਿਸਟਰਡ ਸੀਗਾ, ਅਨਰਜਿਸਟਰਡ ਸੀਗਾ, ਜਾਂ ਇਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਗਿਆ, ਨਹੀਂ ਗਾਈਡ ਕੀਤਾ ਗਿਆ, ਉਹ ਤਾਂ ਕ੍ਰਿਮੀਨਲ ਸਾਈਡ 'ਤੇ ਲੀਗਲ ਐਕਸ਼ਨ ਦੀ ਗੱਲ ਆ। ਦੂਸਰਾ ਹੈਗਾ ਰੀਹੈਬਿਲਿਟੇਸ਼ਨ ਪੈਕੇਜ ਦੀ ਗੱਲ ਆ। ਗਵਰਨਮੈਂਟ ਆਫ ਇੰਡੀਆ ਨਾਲ ਵੀ ਅਸੀਂ ਟੇਕਅਪ ਕੀਤਾ ਸੀਗਾ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਰਹੇ ਆ ਜਾਂ ਕੋਈ ਹੋਰ ਲੋਕ ਆ ਰਹੇ ਨੇ ਜਿਹੜੇ ਗਲਫ ਤੋਂ ਜਾਂ ਹੋਰ ਕੰਟਰੀਜ਼ ਤੋਂ, ਜਿਨ੍ਹਾਂ ਕੋਲ ਕੋਈ ਨੌਕਰੀ ਧੰਦਾ ਨਹੀਂ ਹੈ ਰਿਹਾ ਹੁਣ, ਉਹਨਾਂ ਦਾ ਰੀਹੈਬਿਲਿਟੇਸ਼ਨ ਦਾ ਵੀ ਕੋਈ ਪੈਕੇਜ ਦਾ ਇੰਤਜ਼ਾਮ ਕੀਤਾ ਜਾਵੇ। ਗਵਰਨਮੈਂਟ ਆਫ ਇੰਡੀਆ ਨੇ ਇੱਕ ਮੀਟਿੰਗ ਵੀ ਕੀਤੀ ਸੀਗੀ ਔਰ ਉਹਨਾਂ ਦੇ ਨੋਟਿਸ ਵਿੱਚ ਹੈਗਾ ਕਿ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਲਾਨ ਦੀ ਬਹੁਤ ਜ਼ਰੂਰਤ ਹੈਗੀ ਹੈ, ਪੈਕੇਜ ਦੀ ਜ਼ਰੂਰਤ ਹੈਗੀ ਹੈ, ਜਿਹੜੇ ਲੋਕੀ ਕਿਸੇ ਕਾਰਨਵਸ਼ ਵੀ ਬਾਹਰੋਂ ਵਾਪਸ ਆਪਣੇ ਦੇਸ਼ ਪਰਤੇ। ਸੋ ਇਹ ਹੁਣ ਜੋ 170 ਦੇ ਕਰੀਬ ਭਾਰਤੀ ਡਿਪੋਰਟ ਕੀਤੇ ਗਏ ਪਿਛਲੇ ਦਿਨੀ, ਤੇ ਇਹ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਅੱਗੋਂ ਫਿਰ ਕੁਆਰੰਟਾਈਨ ਲਈ ਲਿਜਾਏ ਜਾਣੇ ਸਨ, ਤਾਂ ਉਹਨਾਂ ਨੇ ਆਪਣੇ ਦਿਲ ਦਾ ਦੁੱਖ ਦੱਸਿਆ ਕਿ ਕੁਆਰੰਟਾਈਨ ਦੀ ਫੀਸ, ਕੁਆਰੰਟਾਈਨ ਸੈਂਟਰਾਂ ਦੀ ਫੀਸ ਉਹ ਦੇਣ ਜੋਗੇ ਨਹੀਂ ਹਨ। ਪ੍ਰਸ਼ਾਸਨ ਨੇ ਉਹਨਾਂ ਨੂੰ ਹੋਟਲਾਂ ਦੀ ਲਿਸਟ ਤੇ ਉਹਨਾਂ ਥਾਵਾਂ ਦੀ ਲਿਸਟ ਦਿੱਤੀ ਸੀ ਤੇ ਉਹਨਾਂ ਦੇ ਖਰਚਿਆਂ ਦੀ ਸੂਚੀ ਵੀ ਦਿੱਤੀ ਸੀ ਜਿਹੜੇ ਉਹਨਾਂ ਨੂੰ 14 ਦਿਨ ਕੁਆਰੰਟਾਈਨ ਵਿੱਚ ਰਹਿਣ ਲਈ ਭਰਨੇ ਪੈਣੇ ਸਨ। ਤੇ ਉਦੋਂ ਇਹਨਾਂ ਪਰਤੇ ਲੋਕਾਂ ਨੇ, ਦੁੱਖਾਂ ਦੇ ਮਾਰੇ ਲੋਕਾਂ ਨੇ, ਖਦੇੜੇ ਗਏ ਲੋਕਾਂ ਨੇ ਦੱਸਿਆ ਸੀ ਕਿ ਉਹਨਾਂ ਕੋਲ ਤਾਂ ਤਨ 'ਤੇ ਪਾਏ ਹੋਏ ਕੱਪੜੇ ਹੀ ਹਨ ਜੋ ਪਾਟਣ ਦੀ ਅਵਸਥਾ ਤੱਕ ਆ ਗਏ ਸਨ, ਅੱਧੋ ਰਾਣੇ ਕੱਪੜੇ।
ਤੇ ਉਹ ਕੁਆਰੰਟਾਈਨ ਦੀ ਫੀਸ ਕਿੱਥੋਂ ਦੇ ਸਕਦੇ ਹਨ, ਕੁਆਰੰਟਾਈਨ ਸੈਂਟਰਸ ਦੀ। ਸੋ ਉਹਨਾਂ ਨੂੰ ਪ੍ਰਸ਼ਾਸਨ ਨੇ ਫਿਰ ਉਹਨਾਂ ਦੀ ਮਦਦ ਤੇ ਆਉਣਾ ਪਿਆ ਤੇ ਹਾਲ ਦੀ ਘੜੀ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਉਹ ਫੀਸ ਤਾਂ ਮਾਫ ਕੀਤੀ ਗਈ ਹੈ। ਪੰਜਾਬ ਸਰਕਾਰ ਹੀ ਉਹਨਾਂ ਨੂੰ ਕੁਆਰੰਟਾਈਨ 'ਚ ਰੱਖ ਰਹੀ ਹੈ ਤੇ ਉਹਨਾਂ ਦੇ ਘਰਦਿਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਉਹਨਾਂ ਦੀ ਸਥਿਤੀ ਤੋਂ, ਤੇ ਉਹ ਆ ਕੇ ਲੈ ਜਾਣਗੇ ਤੇ ਕੁਝ ਨੂੰ ਲੈ ਵੀ ਗਏ ਹਨ। ਹਾਲ ਦੀ ਘੜੀ ਤਾਂ ਬਹੁਤੇ ਮਾਪੇ ਇਸ ਗੱਲੋਂ ਖੁਸ਼ ਹਨ ਕਿ ਸ਼ੁਕਰ ਹੈ ਕਿ ਉਹਨਾਂ ਦੇ ਲਾਡਲੇ ਜਿਉਂਦੇ ਨੇ, ਪਰ ਮਸਲਾ ਇਹ ਹੈ, ਵੱਡੀ ਦੁੱਖ ਦੀ ਗੱਲ ਇਹ ਹੈ ਕਿ ਇਹ ਇਥੋਂ ਘਰ-ਬਾਰ ਜ਼ਮੀਨਾਂ ਵੇਚ ਕੇ, ਮਾਵਾਂ ਦੇ ਗਹਿਣੇ ਵੇਚ ਕੇ, ਰਹੇ ਸਹੇ ਸੰਦ ਘਰ ਦੇ ਵੇਚ ਕੇ ਅਮਰੀਕਾ ਸੁਪਨਿਆਂ ਦੀ ਧਰਤੀ ਵੱਲ ਉੱਡੇ ਸਨ ਤੇ ਹੁਣ ਇਹ ਸਾਰਾ ਕੁਝ ਗਵਾ ਕੇ ਡਿਟੈਂਸ਼ਨ ਸੈਂਟਰਾਂ ਵਿੱਚੋਂ ਅੰਤਾਂ ਦਾ ਸੰਤਾਪ ਝੱਲ ਕੇ ਪਰਤੇ ਹਨ। ਕੀ ਇਹਨਾਂ ਦੀ ਮਾਨਸਿਕ ਸਿਹਤ ਠੀਕ ਹੋਵੇਗੀ? ਕੀ ਪੰਜਾਬ ਸਰਕਾਰ ਇਹਨਾਂ ਲਈ ਕੋਈ ਹੀਲਾ ਵਸੀਲਾ ਕਰੇਗੀ? ਇਹ ਬਹੁਤ ਵੱਡਾ ਮਸਲਾ ਹੈ। ਸਾਡੀ ਸਰਕਾਰ ਨੂੰ ਇਸ ਵੇਲੇ ਸੋਚਣਾ ਪਏਗਾ। ਪੰਜਾਬ ਜੋ ਇਸ ਵੇਲੇ ਵੱਡੇ ਸੰਕਟਾਂ ਦੇ ਮੂੰਹ ਵਿੱਚ ਆਇਆ ਹੋਇਆ ਹੈ ਤੇ ਉੱਤੋਂ ਸਾਡਾ ਕਾਣ ਇਹ ਹੋ ਰਿਹਾ ਹੈ ਕਿ ਸਾਡੀ ਜਵਾਨੀ ਅਮਰੀਕਾ ਜਾਣਾ ਚਾਹੁੰਦੀ ਹੈ, ਹੋਰ ਮੁਲਕਾਂ ਵਿੱਚ ਜਾਣਾ ਚਾਹੁੰਦੀ ਹੈ ਤੇ ਇਹ ਮਜਬੂਰੀ ਵਸ ਅਜਿਹਾ ਹੋ ਰਿਹਾ ਹੈ, ਉਹਨਾਂ ਦਾ ਕੋਈ ਸ਼ੌਕ ਨਹੀਂ। ਜੇਕਰ ਸਾਡੀ ਧਰਤੀ ਰੋਟੀ ਦਿੰਦੀ ਹੁੰਦੀ, ਜੇਕਰ ਸਾਡੀ ਧਰਤੀ ਵਿੱਦਿਆ ਦੇ ਮੇਚ ਦਾ ਰੁਜ਼ਗਾਰ ਦਿੰਦੀ ਹੁੰਦੀ, ਕਿਸੇ ਦੀ ਵੀ ਵਿੱਦਿਆ ਦੇ ਮੇਚ ਦਾ ਨਿਆਂਪੂਰਨ ਢੰਗ ਨਾਲ ਜੇਕਰ ਸਭ ਨੂੰ ਕੰਮਕਾਰ ਤੇ ਸਤਿਕਾਰ ਤੇ ਡਿਗਨਿਟੀ ਨਾਲ ਰੋਟੀ ਕਮਾਉਣ ਦਾ ਸਮਾਂ ਮਿਲਦਾ, ਸਬੱਬ ਮਿਲਦਾ, ਤਾਂ ਉਹ ਜ਼ਰੂਰ ਇੱਥੋਂ ਕਦੀ ਵੀ ਜਾਣ ਬਾਰੇ ਫੈਸਲਾ ਨਾ ਕਰਦੇ। ਤੇ ਇਹ ਕਿਤੇ ਨਾ ਕਿਤੇ ਸਰਕਾਰਾਂ ਵੀ ਦੋਸ਼ੀ ਨੇ ਤੇ ਜ਼ਰੂਰ ਹੀ ਜੋ ਫਰਜ਼ੀ ਟਰੈਵਲ ਏਜੰਟ ਨੇ, ਜੋ ਲੱਖਾਂ ਰੁਪਈਏ ਇਹਨਾਂ ਮਾਸੂਮਾਂ ਤੋਂ ਹੀ ਕਹਾਂਗੇ, ਮਾਸੂਮ ਹੀ ਆਖਾਂਗੇ, ਜੋ ਅਣਗਹਿਲੀ ਭਾਵੇਂ ਕਹਿ ਲਓ ਉਹਨਾਂ ਦੀ, ਜਾਂ ਅਗਿਆਨਤਾ ਕਹਿ ਲਓ, ਜੋ ਹਰ ਹੀਲੇ ਅਮਰੀਕਾ ਜਾਣਾ ਚਾਹੁੰਦੇ ਨੇ ਤੇ ਜਿਹੜਾ ਵੀ ਟਰੈਵਲ ਏਜੰਟ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਧਰਵਾਸ ਦਿੰਦਾ ਕਿ ਉਹ ਅਮਰੀਕਾ ਜਾ ਸਕਦੇ ਨੇ, ਉਹਨਾਂ ਨੂੰ ਇਹ ਚੀਜ਼ ਦੀ ਲੋੜ ਨਹੀਂ, ਉਹਨਾਂ ਨੂੰ ਕੋਈ ਜ਼ਿਆਦਾ ਪੜ੍ਹੇ ਹੋਣ ਦੀ ਲੋੜ ਨਹੀਂ, ਉਹਨਾਂ ਨੂੰ ਉਹ ਨਹੀਂ ਕਰਨ ਦੀ ਲੋੜ, ਕੋਈ ਦਸਤਾਵੇਜ਼ ਬਹੁਤੇ ਦਿਖਾਉਣ ਦੀ ਲੋੜ ਨਹੀਂ, ਕੋਈ ਵਿਦਿਅਕ ਯੋਗਤਾ ਦੀ ਲੋੜ ਨਹੀਂ ਹੈ, ਅੰਗਰੇਜ਼ੀ ਦੀ ਵੀ ਬਹੁਤੀ ਲੋੜ ਨਹੀਂ ਹੈ, ਤਾਂ ਮੇਰਾ ਖਿਆਲ ਹੈ ਇਦੋਂ ਵੱਡਾ ਧਰੋਹ ਹੋਰ ਕੋਈ ਨਹੀਂ ਕਮਾ ਸਕਦਾ। ਪਰ ਇਹ ਟਰੈਵਲ ਏਜੰਟ ਵੀ ਤਾਂ ਐਵੇਂ ਕੰਮ ਨਹੀਂ ਕਰ ਰਹੇ ਨਾ ਕਿਤੇ ਇਹਨਾਂ ਦੀ ਕੋਈ ਪੁਸ਼ਤ ਪਨਾਹੀ ਤਾਂ ਕਰ ਰਿਹਾ ਹੈ। ਜ਼ਰੂਰ ਹੀ ਇਹਨਾਂ ਦੀ ਪੁਸ਼ਤ ਪਨਾਹੀ ਹੋ ਰਹੀ ਹੈ, ਇਹਨਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਅਤੇ ਜੇ ਸਰਕਾਰ ਚਾਹੇ ਤਾਂ ਆਪਣੇ ਆਪ ਇਹਨਾਂ ਵਿਰੁੱਧ ਕਾਰਵਾਈ ਵੀ ਕਰ ਸਕਦੀ ਹੈ। ਕੋਈ ਇਹਦੇ ਲਈ ਇਹ ਤਰਕ ਨਹੀਂ ਹੋਣਾ ਚਾਹੀਦਾ ਕਿ ਇਹਨਾਂ ਵਿਰੁੱਧ ਕੋਈ ਸ਼ਿਕਾਇਤ ਨਹੀਂ ਆਈ। ਜਿੱਥੇ ਵੀ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਦਾ ਟਰੈਵਲ ਏਜੰਟ ਕੋਈ ਮਿਲਦਾ ਹੈ ਤਾਂ ਸਰਕਾਰ ਨੂੰ ਉਹਦੇ ਖਿਲਾਫ ਆਪਣੇ ਆਪ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਅਮਰੀਕਾ ਵਿੱਚੋਂ ਜਦੋਂ ਅਜਿਹੇ ਲੋਕ ਡਿਪੋਰਟ ਹੁੰਦੇ ਹਨ ਤਾਂ ਤੋਹੀਨ ਅਤੇ ਹੇਠੀ ਤਾਂ ਪੰਜਾਬ ਸਰਕਾਰ ਦੀ ਤੇ ਪੰਜਾਬ ਦੀ ਧਰਤੀ ਦੀ ਵੀ ਹੁੰਦੀ ਹੈ ਨਾ, ਭਾਰਤ ਦੀ ਵੀ ਹੁੰਦੀ ਹੈ। ਤੇ ਇਸ ਕਰਕੇ ਇਹਨਾਂ ਟਰੈਵਲ ਏਜੰਟਾਂ ਵਿਰੁੱਧ ਇਸ ਕਰਕੇ ਕਾਰਵਾਈ ਜ਼ਰੂਰੀ ਹੈ, ਖਾਸ ਕਰਕੇ ਜਦੋਂ ਅਖਬਾਰਾਂ ਵਿੱਚ, ਪ੍ਰਿੰਟ ਮੀਡੀਆ ਵਿੱਚ, ਵੱਖ-ਵੱਖ ਮੈਗਜ਼ੀਨਸ ਵਿੱਚ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਵੱਖ-ਵੱਖ ਚੈਨਲਾਂ 'ਤੇ ਇਹ ਟਰੈਵਲ ਏਜੰਟ ਆਪਣੇ ਇਸ਼ਤਿਹਾਰ ਦਿੰਦੇ ਹਨ, ਸਬਜ਼ ਬਾਗ ਦਿਖਾਉਂਦੇ ਹਨ ਯੂਥ ਨੂੰ, ਜਾਂ ਜਿਹੜੇ ਵੀ ਇੱਥੋਂ ਕਿਸੇ ਹੋਰ ਥਾਂ ਜਾ ਕੇ ਕੰਮਕਾਰ ਕਰਨਾ ਚਾਹੁੰਦੇ ਹਨ, ਤਾਂ ਜ਼ਰੂਰ ਲੋਕ ਉਹਨਾਂ ਦੇ ਲਾਰਿਆਂ ਵਿੱਚ ਆ ਹੀ ਜਾਣਗੇ। ਸੁਭਾਵਿਕ ਹੈ, ਆਮ ਜਨਤਾ ਬੜੀ ਸਿੱਧੇ ਸੁਭਾਅ ਦੀ ਹੁੰਦੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਜਦੋਂ ਸਾਡੀਆਂ ਸਰਕਾਰਾਂ ਸਾਡੀ ਬਾਂਹ ਨਹੀਂ ਫੜ ਰਹੀਆਂ ਤਾਂ ਸਾਨੂੰ ਆਪ ਤਾਂ ਯਤਨ ਕਰਨੇ ਚਾਹੀਦੇ ਹਨ। ਕਿ ਤੁਸੀਂ ਜਦੋਂ ਬਾਹਰ ਜਾ ਰਹੇ ਹੋ ਕਾਈਂਡਲੀ ਰਜਿਸਟਰਡ ਟਰੈਵਲ ਏਜੰਟਾਂ ਦੇ ਰਾਹੀਂ ਹੀ ਬਾਹਰ ਜਾਓ, ਪਰ ਕਈ ਲੋਕੀ ਕਿਸੇ ਕਾਰਨਵਸ਼ ਜਾਂ ਅਗਿਆਨਤਾ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਬੰਦਿਆਂ ਦੇ ਹੱਥੋਂ ਬਾਹਰ ਜਾਂਦੇ ਹੈਗੇ ਆ ਤੇ ਉਹ ਇਲੀਗਲ ਹੈਗਾ। ਮੈਂ ADGP NRI ਨੂੰ ਕਿਹਾ ਹੈਗਾ ਕਿ ਇਸ ਤਰ੍ਹਾਂ ਦੇ ਜਿਹੜੇ ਵੀ ਟਰੈਵਲ ਏਜੰਟ ਹੈਗੇ ਆ, ਜਾਂ ਸਪੈਸ਼ਲੀ ਇਹ ਕੇਸ ਵਿੱਚ ਜਿਹੜੇ ਡਿਪੋਰਟੀਜ਼ ਬਾਹਰੋਂ ਆਏ ਨੇ, ਜਿਨ੍ਹਾਂ ਨੇ ਡਿਪੋਰਟੀਜ਼ ਨੂੰ ਮਿਸਗਾਈਡ ਕੀਤਾ ਹੈਗਾ, ਉਹਨਾਂ ਨੂੰ ਲੁੱਟਿਆ ਹੈਗਾ ਇੱਕ ਤਰੀਕੇ ਨਾਲ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ADGP ਨੇ ਕਿਹਾ ਕਿ ਉਹ ਜਲਦੀ ਤੋਂ ਜਲਦੀ ਜ਼ਿਲ੍ਹਾ ਪੁਲਿਸ ਨਾਲ ਤਾਲਮੇਲ ਕਰਕੇ ਸਾਰੇ ਇੱਦਾਂ ਲੋਕਾਂ ਦੇ ਪਰਚਾ ਦੇਣਗੇ ਜਿਹੜੇ ਇਹ ਡਿਪੋਰਟੀਜ਼ ਦੇ ਕੇਸ ਵਿੱਚ ਇਲੀਗਲੀ ਜਿਨ੍ਹਾਂ ਨੇ ਬੰਦੇ ਬਾਹਰ ਭੇਜੇ ਸੀਗੇ। ਹਰ ਇੱਕ ਟਰੈਵਲ ਏਜੰਟ ਨੂੰ ਇੱਕ ਕੁਝ ਰਜਿਸਟਰ ਸਪੈਸੀਫਾਈ ਕੀਤੇ ਸੀ ਅਸੀਂ, ਜਿਹੜੇ ਉਹਨੇ ਮੇਨਟੇਨ ਕਰਨਾ, ਰਿਕਾਰਡ ਮੇਨਟੇਨ ਕਰਨਾ, ਕਿਹੜਾ ਬੰਦਾ ਭੇਜ ਰਿਹਾ ਹੈ, ਕਿਹੜੇ ਪਾਸਪੋਰਟ ਨੰਬਰ ਹੈ, ਕਿਹੜੇ ਕੰਟਰੀ ਭੇਜਿਆ, ਕਿੰਨੇ ਪੈਸੇ ਲਏ, ਸਾਰਾ ਕੁਝ ਉਹਨੇ ਕਰਨਾ ਸੀਗਾ। ਉਹਦੀਆਂ ਮੰਥਲੀ ਇੰਸਪੈਕਸ਼ਨ ਔਰ ਕੁਆਟਰਲੀ ਇੰਸਪੈਕਸ਼ਨ ਹੋਣੀਆਂ ਸੀ। ਹਰ ਸਾਲ ਉਹਦਾ ਜਿਹੜਾ ਲਾਇਸੈਂਸ ਹੈਗਾ ਉਹ ਰਿਨਿਊ ਹੋਣਾ ਹੈਗਾ DC ਪੱਧਰ 'ਤੇ। ਇਹ ਪਿਛਲੀ ਵਾਰ ਜਦੋਂ ਮੀਟਿੰਗ ਹੋਈ ਸੀਗੀ CM ਸਾਹਿਬ ਦੀ DCs ਨਾਲ, ਉਦੋਂ ਵੀ ਅਸੀਂ ਇਹ ਇਸ਼ੂ ਨੂੰ ਟੇਕਅਪ ਕੀਤਾ ਸੀ DCs ਦੇ ਨਾਲ ਕਿ ਤੇ SSP ਦੇ ਨਾਲ ਕਿ ਕਾਈਂਡਲੀ ਤੁਸੀਂ ਇਸ ਪਾਸੇ ਹੋਰ ਸਖਤੀ ਕਰੋ, ਧਿਆਨ ਦਿਓ, ਤਾਂ ਕਿ ਜਿਹੜੇ ਅਨਰਜਿਸਟਰਡ ਟਰੈਵਲ ਏਜੰਟ ਹੈ, ਇੱਕ ਤਾਂ ਉਹਨੂੰ ਬਿਜ਼ਨਸ ਦੇ ਵਿੱਚ ਉਹ ਨਾ ਕਰ ਸਕਣ ਬਿਨਾਂ ਆਪਣੇ ਆਪ ਨੂੰ ਰਜਿਸਟਰ ਕਰਾਏ ਪੰਜਾਬ ਸਰਕਾਰ ਦੇ ਨਾਲ, ਔਰ ਦੂਸਰਾ ਕੋਈ ਇਸ ਤਰ੍ਹਾਂ ਦੇ ਮਿਸਗਾਈਡਿੰਗ ਐਡਵਰਟਾਈਜ਼ਮੈਂਟ ਜਾਂ
ਕੋਈ ਲੋਕਾਂ ਨੂੰ ਝੂਠ ਬੋਲ ਕੇ ਬਹੁਤ ਸਬਜ਼ ਬਾਗ ਦਿਖਾ ਕੇ ਨਾ ਅਸੀਂ ਉਹਨਾਂ ਨੂੰ ਮਿਸਗਾਈਡ ਕਰ ਸਕੀਏ। ਇਸ ਵਾਸਤੇ DCSSP ਨੂੰ ਅਸੀਂ ਪਹਿਲਾਂ ਹਿਦਾਇਤਾਂ ਜਾਰੀ ਕਰ ਚੁੱਕੇ ਹਾਂ ਔਰ CM ਸਾਹਿਬ ਨੇ ਵੀ ਕਿਹਾ ਹੈਗਾ ਕਿ ਇਹਨਾਂ ਦਾ ਬਹੁਤ ਕੁਆਟਰਲੀ ਇਹਦਾ ਰਿਵਿਊ ਕੀਤਾ ਜਾਵੇ, ਇਹਨਾਂ ਦੀ ਇੰਸਪੈਕਸ਼ਨਸ ਕੀਤੀਆਂ ਜਾਣ ਔਰ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਇਲੀਗਲ ਲੋਕ ਹੈ ਉਹਨਾਂ ਨੂੰ ਬੁੱਕ ਕੀਤਾ ਜਾਵੇ। ਯੂਨਾਈਟਿਡ ਨੇਸ਼ਨਸ ਦੇ ਡਰੱਗਸ ਐਂਡ ਕ੍ਰਾਈਮ ਡਿਪਾਰਟਮੈਂਟ ਨੇ ਇੱਕ ਵਾਰ 10 ਕੁ ਸਾਲ ਪਹਿਲਾਂ ਇੱਕ ਰਿਪੋਰਟ ਚੰਡੀਗੜ੍ਹ ਵਿੱਚ ਜਾਰੀ ਕੀਤੀ ਸੀ, ਜਿਹਦੇ ਵਿੱਚ ਇਹ ਬੜੇ ਖੌਫਨਾਕ ਅੰਕੜੇ ਪੇਸ਼ ਕੀਤੇ ਗਏ ਸਨ ਅਤੇ ਉਸ ਰਿਪੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਹਰ ਸਾਲ 20,000 ਦੇ ਕਰੀਬ ਪੰਜਾਬੀ, ਕੁਝ ਹਰਿਆਣਵੀ ਅਤੇ ਬਹੁਤੇ ਹੋਰ ਸੂਬਿਆਂ ਦੇ ਸਿੱਖ 20,000 ਦੇ ਕਰੀਬ ਹਰ ਸਾਲ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਤੇ ਹੋਰ ਮੁਲਕਾਂ ਨੂੰ ਪ੍ਰਵਾਸ ਕਰਦੇ ਹਨ। ਇਹ ਬੜਾ ਖੌਫਨਾਕ ਅੰਕੜਾ ਸੀ। ਉਸ ਤੋਂ ਬਾਅਦ ਇਹ ਅੰਕੜਾ ਵਧਿਆ ਹੈ। 10 ਸਾਲਾਂ ਵਿੱਚ ਇਸ ਵਰਤਾਰੇ ਨੂੰ ਰੋਕਿਆ ਨਹੀਂ ਗਿਆ, ਨਾ ਸਰਕਾਰਾਂ ਵੱਲੋਂ, ਸਮੇਂ ਦੇ ਹਾਕਮਾਂ ਵੱਲੋਂ ਤੇ ਨਾ ਸਾਡੇ ਸਿਆਸਤਦਾਨਾਂ ਵੱਲੋਂ ਤੇ ਨਾ ਸਾਡੀ ਕਹਿ ਸਕਦੇ ਹਾਂ ਕਿ ਨੌਕਰਸ਼ਾਹੀ ਵੱਲੋਂ। ਜੇ ਕਿਤੇ ਇਹ ਵਰਤਾਰਾ ਰੋਕਿਆ ਗਿਆ ਹੁੰਦਾ ਤੇ ਉਹਨਾਂ ਨੂੰ ਰੁਜ਼ਗਾਰ ਦੇਣ ਦੇ ਹੀਲੇ ਵਸੀਲੇ ਕੀਤੇ ਜਾਂਦੇ ਤਾਂ ਸ਼ਾਇਦ ਇਹ ਇਸ ਤਰ੍ਹਾਂ ਨਾ ਹੁੰਦਾ। ਤੇ ਹੁਣ ਮਾਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ 50,000 ਨੂੰ ਟੱਪ ਚੁੱਕਿਆ ਹੈ। ਹਰ ਸਾਲ 50,000 ਤੋਂ ਵੱਧ ਪੰਜਾਬੀ, ਸਿੱਖ ਅਤੇ ਹਰਿਆਣੇ ਦੇ ਲੋਕ ਦੂਜੇ ਮੁਲਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰ ਰਹੇ ਹਨ। ਬਹੁਤ ਪੰਜਾਬ ਦੇ ਨੌਜਵਾਨਾਂ ਦਾ ਥੋ ਪਤਾ ਨਹੀਂ ਮਿਲਿਆ ਤੇ ਹੁਣ ਵੀ ਇਹ ਜਦੋਂ ਨੌਜਵਾਨ ਪਰਤੇ ਨੇ ਜਾਂ ਲੋਕ ਪਰਤੇ ਨੇ ਅੰਮ੍ਰਿਤਸਰ ਹਵਾਈ ਅੱਡੇ ਤੇ, ਜਿਨ੍ਹਾਂ ਨੂੰ ਅਮਰੀਕਾ ਦਾ ਜਹਾਜ਼ ਛੱਡ ਗਿਆ, ਤਾਂ ਬਹੁਤਿਆਂ ਦੇ ਮਾਪੇ ਇਸ ਗੱਲੋਂ ਖੁਸ਼ ਹਨ ਕਿ ਘੱਟੋ ਘੱਟ ਉਹਨਾਂ ਦੇ ਘਰ ਦੇ ਜੀ, ਉਹਨਾਂ ਦੇ ਪੁੱਤਰ, ਉਹਨਾਂ ਦੀਆਂ ਆਂਦਰਾਂ ਪਰਤੇ ਤਾਂ ਹਨ ਸੁੱਖੀ ਸੰਦੀ। ਉਹ ਠੀਕ ਤੇ ਜਾਪਦੇ ਹਨ ਪਰ ਕਿੰਨੇ ਕੁ ਠੀਕ ਹੋ ਸਕਦੇ ਹਨ ਜੋ ਜਾਇਦਾਦਾਂ ਵੇਚ ਕੇ ਗਏ ਹੋਣਗੇ। ਘੱਟੋ ਘੱਟ 1.5 ਸਾਲ ਡਿਟੈਂਸ਼ਨ ਸੈਂਟਰ ਵਿੱਚ ਅਮਰੀਕਾ ਦੇ ਵਿੱਚ ਉਹ ਰਹਿ ਕੇ ਆਏ, ਕਿੰਨੇ ਤੰਗੀਆਂ ਵਿੱਚ ਹੋਣਗੇ, ਰੋਟੀ ਪਾਣੀ ਉਹਨਾਂ ਨੂੰ ਠੀਕ ਨਹੀਂ ਮਿਲਦਾ। ਆਮ ਮੀਡੀਆ ਵਿੱਚ ਰਿਪੋਰਟਾਂ ਛਪਦੀਆਂ ਹਨ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੀ ਮਾਨਸਿਕ ਸਿਹਤ ਕਿਹੋ ਜਿਹੀ ਹੋਵੇਗੀ। ਕੀ ਹੁਣ ਪੰਜਾਬ ਸਰਕਾਰ ਉਹਨਾਂ ਦੀ ਬਾਂਹ ਫੜੇਗੀ? ਅਤੇ ਉਸ ਤੋਂ ਵੀ ਡਰਾਉਣੀ ਗੱਲ ਹੈ ਕਿ ਕੀ ਜਿਹੜੇ ਇੱਥੋਂ ਜਾਇਦਾਦਾਂ ਵੇਚ ਕੇ ਗਏ ਸਨ ਉਹਨਾਂ ਦਾ ਮੁੜ ਵਸੇਬਾ ਕੀਤਾ ਜਾਏਗਾ? ਉਹਨਾਂ ਨੂੰ ਕੋਈ ਰੁਜ਼ਗਾਰ, ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣਗੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਕੇ? ਇੱਥੇ ਮੇਰਾ ਖਿਆਲ ਹੈ ਇਹ ਸਵਾਲ ਬਿਲਕੁਲ ਹੀ ਸਰਕਾਰਾਂ ਵੱਲੋਂ ਤੇ ਪੁਲਿਸ ਵੱਲੋਂ ਨਹੀਂ ਉਠਾਇਆ ਜਾਣਾ ਚਾਹੀਦਾ ਕਿ ਟਰੈਵਲ ਏਜੰਟਾਂ ਵਿਰੁੱਧ ਕੋਈ ਸ਼ਿਕਾਇਤ ਨਹੀਂ ਕਿਸੇ ਨੇ ਕੀਤੀ। ਜਿਹੜੇ ਲੋਕ ਹੈਗੇ ਆ ਕਈ ਵਾਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹ ਗਲਤ ਤਰੀਕੇ ਨਾਲ ਅਮਰੀਕਾ ਜਾ ਰਹੇ ਨੇ, ਉਹ ਕੰਪਲੇਂਟ ਹੀ ਕਰਨ ਵਾਸਤੇ ਅੱਗੇ ਨਹੀਂ ਆਉਂਦੇ ਅਗੇਂਸਟ ਦਾ ਟਰੈਵਲ ਏਜੰਟ, ਉਹ ਕੰਪਲੇਂਟ ਹੀ ਨਹੀਂ ਕਰਦੇ ਹੈਗੇ। ਦੂਸਰਾ, ਮੈਨੂੰ ਪੁਲਿਸ ਅਫਸਰਾਂ ਨੇ ਦੱਸਿਆ ਹੈ ਕਿ ਜੇ ਅਸੀਂ ਅਗਰ ਕਿਸੇ ਦੇ ਖਿਲਾਫ ਪਰਚਾ ਦੇ ਵੀ ਦਿੰਦੇ ਹੈਗੇ ਆ ਤੇ ਉਹ ਟਰੈਵਲ ਏਜੰਟ ਨਾਲ ਬਾਅਦ ਵਿੱਚ ਰਾਜ਼ੀਨਾਮਾ ਕਰ ਲੈਂਦੇ ਨੇ। ਟਰੈਵਲ ਏਜੰਟ ਉਹਨਾਂ ਦੇ ਜਿਹੜੇ ਪੈਸੇ ਪੂਸੇ ਦਿੱਤੇ ਹੁੰਦੇ ਆ ਵਾਪਸ ਦੇ ਦਿੰਦਾ ਹੈਗਾ ਜਾਂ ਜੋ ਵੀ ਹੈ, ਉਸ ਤੋਂ ਬਾਅਦ ਰਾਜ਼ੀਨਾਮਾ ਹੋ ਜਾਂਦਾ ਹੈ, ਗੱਲ ਫਿਰ ਉੱਥੇ ਹੀ ਆ ਜਾਂਦੀ ਹੈਗੀ ਹੈ। ਤਾਂ ਇਸ ਕਰਕੇ ਜੀ CM ਸਾਹਿਬ ਨੇ, ਚੀਫ ਸੈਕਟਰੀ ਸਾਹਿਬ ਨੇ ਫੈਸਲਾ ਕੀਤਾ ਸੀ ਕਿ ਅਸੀਂ DC ਤੇ SSP ਨੂੰ ਕਿਹਾ ਜੀ ਜ਼ਿਆਦਾ ਇੰਸਪੈਕਸ਼ਨਸ ਕਰੋ, ਹਰ ਕੁਆਟਰਲੀ ਇਹਨਾਂ ਦੇ ਚੈੱਕ ਕਰੋ ਰਿਕਾਰਡ। ਜਦੋਂ ਲਾਇਸੈਂਸ ਰਿਨਿਊ ਕਰਦੇ ਆ ਉਦੋਂ ਚੈੱਕ ਕਰੋ ਕਿ ਇਹ ਠੀਕ ਹੈ ਨਹੀਂ ਹੈ, ਐਡ ਦੇ ਰਿਹਾ, ਗਲਤ ਦੇ ਰਿਹਾ ਹੈਗਾ, ਕਿੰਨੇ ਬੰਦਿਆਂ ਨੂੰ ਪਿਛਲੇ ਸਾਲ ਭੇਜਿਆ, ਉਹ ਪਾਸਪੋਰਟ ਉਹਨੇ ਰੱਖੇ ਨਹੀਂ ਰੱਖੇ, ਕਿਹੜੇ ਕੰਟਰੀ ਭੇਜਿਆ, ਪੂਰੀ ਫੈਮਿਲੀ ਡਿਟੇਲਸ ਹੈ, ਉਹ ਸਾਰਾ ਰਿਕਾਰਡ ਮੇਨਟੇਨ ਕਰੋ। ਇਸ ਵਾਸਤੇ ਸਾਡੇ ਇੱਕ ਹੋਰ ਨਵਾਂ ਉਪਰਾਲਾ ਮੰਤਰੀ ਜੀ ਨੇ ਕੀਤਾ, ਰਾਣਾ ਸੋਢੀ ਸਾਹਿਬ ਕਰ ਰਹੇ ਆ, ਉਹ ਟ੍ਰਾਂਜੀਸ਼ਨ ਵਿੱਚ ਹੈਗੇ ਆ। ਉਹ ਕਹਿ ਰਹੇ ਕਿ ਮੈਂ ਹਰ ਜ਼ਿਲ੍ਹੇ ਦੇ ਵਿੱਚ ਇੱਕ NRI ਕੋਆਰਡੀਨੇਟਰ ਲਗਾਉਣਾ ਚਾਹੁੰਦਾ ਹੈਗਾ, ਜਿਹੜਾ ਕਿ DC ਆਫਿਸ ਵਿੱਚ ਹੋਊਗਾ ਲੇਕਿਨ NRI ਡਿਪਾਰਟਮੈਂਟ ਦਾ ਹੀ ਅਫਸਰ ਹੋਊਗਾ। ਇਸ ਤਰ੍ਹਾਂ ਦੀ ਫਾਈਲ ਉਹਨਾਂ ਨੇ ਮੂਵ ਕੀਤੀ ਹੋਈ ਹੈ। ਉਹਦਾ ਕੰਮ ਇਹੀ ਹੋਊਗਾ ਕਿ ਜਿੰਨੇ 2-3 ਕੰਮ ਤਾਂ ਜਿੰਨੇ ਟਰੈਵਲ ਏਜੰਟਸ ਹੈ ਇਹਨਾਂ ਸਾਰਿਆਂ ਦਾ ਰਿਕਾਰਡ ਦੇਖੇਗਾ। ਨੰਬਰ 2, ਜਿੰਨੇ ਵੀ ਲੋਕੀ ਬਾਹਰ ਜਾ ਰਹੇ ਨੇ ਉਹਨੂੰ ਕੋਈ ਸਵਾਲ ਹੈ, ਕੋਈ ਸ਼ੰਕਾ ਹੈਗੀ ਆ, ਕੋਈ NRI ਦੀ ਪ੍ਰੋਬਲਮ ਹੈ, ਉਹ ਦੇਖੇਗਾ। ਉਹ ਐਡਵਾਂਸ ਸਟੇਜ ਦੇ ਵਿੱਚ ਹੈਗੀ ਆ ਸਾਡੀ ਜਿਹੜੀ ਡਿਸਕਸ਼ਨ ਹੋ ਰਹੀ, ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸਾਲ ਦੇ ਵਿੱਚ NRI ਕੋਆਰਡੀਨੇਟਰ ਹਰ ਜ਼ਿਲ੍ਹੇ ਵਿੱਚ ਬਣਾ ਕੇ। ਇਹ ਤਾਂ ਤੁਹਾਡਾ ਮੰਤਰੀ ਵੱਲੋਂ ਜੋ ਤਜਵੀਜ਼ ਪੇਸ਼ ਕੀਤੀ ਗਈ ਸੀ ਉਹਦੇ ਤੇ ਕਾਰਵਾਈ ਦੀ ਗੱਲ ਹੈ, ਪਰ ਹੁਣ ਜਦੋਂ ਇਹ ਜਹਾਜ਼ ਆਇਆ ਅਮਰੀਕਾ ਤੋਂ ਤੇ 2 ਜੂਨ ਨੂੰ ਹੁਣ ਹੋਰ ਜਹਾਜ਼ ਆ ਰਿਹਾ ਅਮਰੀਕਾ ਤੋਂ ਹੀ ਡਿਪੋਰਟੀਜ਼ ਨੂੰ ਲੈ ਕੇ, ਕਿ ਇਸ ਵੇਲੇ ਫੌਰੀ ਤੌਰ ਤੇ ਤੁਹਾਡਾ ਵਿਭਾਗ ਕੋਈ ਸੁਝਾਅ ਦੇਵੇਗਾ ਜਾਂ ਕੋਈ ਫੌਰੀ ਕਦਮ ਚੁੱਕੇਗਾ ਕਿਸੇ ਵੀ ਕਿਸਮ ਦੇ? ਉਹ ਮੈਡਮ ਇਹੀ ਹੈ ਜੀ ਕਿ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਪਹਿਲਾਂ ਤਾਂ ਉਹਨੂੰ ਠੀਕ ਠਾਕ ਇੱਥੇ ਲੈ ਆਈਏ, ਉਹਨਾਂ ਦਾ ਮੈਡੀਕਲੀ ਪਹਿਲਾਂ ਚੈੱਕ ਕਰੀਏ, ਫਿਜ਼ੀਕਲੀ ਠੀਕ ਹੋਣ। ਦੂਸਰਾ, ਉਹਨਾਂ ਨੂੰ ਜੋ ਕੁਆਰੰਟਾਈਨ ਸਰਕਾਰ ਦੀ ਹਦਾਇਤਾਂ ਉਹ ਪੂਰੀਆਂ ਹੋਣ। ਤੀਸਰੇ ਪੱਧਰ 'ਤੇ ਅਗਰ ਕਿਸੇ ਨੇ ਉਹਨਾਂ ਨੇ ਧੋਖਾ ਕੀਤਾ ਉਹਦੇ ਖਿਲਾਫ ਕਾਰਵਾਈ ਹੋਵੇ। ਚੌਥੇ ਕੇਸ ਵਿੱਚ ਉਹਨਾਂ ਨੂੰ ਉਹਨਾਂ ਦੇ ਪਿੰਡਾਂ 'ਚ ਪਹੁੰਚਾਇਆ ਜਾਵੇ, ਰਿਸਪੈਕਟਿਵ ਜ਼ਿਲ੍ਹਿਆਂ 'ਚ ਪਹੁੰਚਾਇਆ ਜਾਵੇ। ਪੰਜਵਾਂ, ਅਗਰ ਫਿਰ ਗਵਰਨਮੈਂਟ ਉਸ ਤੋਂ ਬਾਅਦ ਇਹ ਪਲਾਨ ਕਰੇਗੀ ਕਿ ਜਿੱਦਾਂ ਕੋਈ ਇੰਪਲੋਇਮੈਂਟ ਜਨਰੇਸ਼ਨ ਦੇ
ਕੋਈ ਧੰਦੇ ਸੈਲਫ ਇੰਪਲੋਇਮੈਂਟ ਕੁਝ ਕਰ ਸਕਦੇ ਹੈਗੇ ਆ, ਕੋਈ ਲੈਂਡਿੰਗ ਕੁਝ ਹੋਰ, ਉਹਨਾਂ ਦੇ ਵਿੱਚ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ, ਗਾਈਡ ਕੀਤਾ ਜਾ ਸਕੇ। ਤੇ ਜਿੰਨੇ ਉਹਨਾਂ ਨੇ ਲੱਖਾਂ ਵਿੱਚ ਰੁਪਈਏ ਖਰਚੇ ਸੀ, ਘੱਟੋ ਘੱਟ ਅਮਰੀਕਾ ਜਾਣ ਦਾ ਰੇਟ ਤਾਂ ਘੱਟੋ ਘੱਟ 20 ਲੱਖ ਤੋਂ ਵੱਧ ਹੈ, 50 ਲੱਖ ਤੱਕ ਰੇਟ ਹੈ ਜੀ, ਤੇ ਉਹਨਾਂ ਦੇ ਉਹ ਪੈਸੇ ਵਾਪਸ ਦਿਵਾਉਣ ਦੇ ਯਤਨ ਕੀਤੇ ਜਾਣਗੇ। ਬਿਲਕੁਲ ਮੈਡਮ, ਮੈਂ ਇਸ ਲਈ ADG ਨੂੰ ਕਿਹਾ ਹੈਗਾ ਕਿ ਜਿਹਨੇ ਵੀ ਇਹਨਾਂ ਨੂੰ ਮਿਸਗਾਈਡ ਕੀਤਾ, ਜਿਹਨੇ ਪੈਸੇ ਲਏ ਹੈਗੇ ਆ ਔਰ ਨਹੀਂ ਕੀਤਾ ਹੈਗਾ, ਉਹਨਾਂ ਦੇ ਖਿਲਾਫ ਕਾਰਵਾਈ ਕਰੋ ਔਰ ਪੂਰਾ ਚੈੱਕ ਕਰੋ, ਇਨਕੁਆਇਰੀ ਕਰੋ, ਪਰਚਾ ਦਿਓ ਉਹਨਾਂ ਦੇ ਉੱਤੇ ਕਿ ਜਿਹੜੇ ਇਹਨਾਂ ਦੇ ਪੈਸੇ ਲਏ ਹੈਗੇ ਪੈਸੇ ਵਾਪਸ ਆਉਣ, ਜਾਂ ਇਹਨਾਂ ਦੇ ਖਿਲਾਫ ਜੋ ਇਹਨਾਂ ਨੂੰ ਕਾਨੂੰਨ ਜੋ ਹੈਲਪ ਹੋ ਸਕਦੀ ਹੈ ਮੈਕਸਿਮਮ ਪ੍ਰੋਵਾਈਡ ਕੀਤੀ ਜਾ ਸਕਦੀ ਹੈ। ਤੇ ਪੰਜਾਬ ਸਰਕਾਰ ਵੱਲੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਇਸ ਮਾਮਲੇ ਨੂੰ ਲੈ ਕੇ ਕਿਹੋ ਜਿਹੀ ਪਹੁੰਚ ਅਪਣਾਈ ਜਾ ਰਹੀ, ਕਿਵੇਂ ਦਾ ਤਾਲਮੇਲ ਬਣਾਇਆ ਜਾ ਰਿਹਾ ਹੈ? ਇਹ ਤਾਲਮੇਲ ਦੇ ਬਣਾਇਆ ਹੋਇਆ ਜੋ ਇੱਕ ਤਾਂ ਜਿਹੜੇ ਡਿਪੋਰਟੀਜ਼ ਆ ਰਹੇ ਹੈਗੇ ਆ ਉਹ ਸਟੇਟ ਗਵਰਨਮੈਂਟ ਔਰ ਗਵਰਨਮੈਂਟ ਆਫ ਇੰਡੀਆ ਦੇ ਇੱਕ ਟਾਈ ਅਪ ਦੇ ਨਾਲ ਹੀ, ਕੋਆਪਰੇਸ਼ਨ ਦੇ ਨਾਲ ਹੀ ਆ ਰਹੇ ਹੈਗੇ। ਔਰ ਦੂਸਰਾ, ਪਿੱਛੇ ਜਿੱਦਾਂ ਮੈਂ ਦੱਸਿਆ ਪਹਿਲਾਂ April ਦੇ ਵਿੱਚ ਮੀਟਿੰਗ ਹੋਈ ਸੀਗੀ, ਉਦੋਂ ਇਹ ਮੁੱਦਾ ਵੀ ਚੱਕਿਆ ਗਿਆ ਕਿ ਜਿਹੜੇ ਬੰਦੇ ਜਿਹਦੇ ਕਿਸੇ ਵੀ ਕਾਰਨ ਵਿੱਚ ਵਾਪਸ ਆਏ ਨੇ, ਡਿਪੋਰਟੀਜ਼ ਨੇ ਦੂਸਰੇ ਨੇ, ਉਹਨਾਂ ਦੇ ਵਾਸਤੇ ਅਸਿਸਟੈਂਸ ਵਾਸਤੇ ਕੁਛ ਨਾ ਕੁਛ ਸਕੀਮ ਭਾਰਤ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ, ਕਿਉਂਕਿ ਸਾਡੇ ਦੇਸ਼ ਵਿੱਚ, ਸਾਡੇ ਪੰਜਾਬ ਸੂਬੇ ਤੱਕ ਘੱਟ ਹੈਗੇ, ਕੇਰਲਾ ਵਗੈਰਾ ਦੇ ਵਿੱਚ ਤਾਂ ਬਹੁਤ ਲੋਕ ਆਏ ਹੋਏ ਨੇ, ਕੇਰਲਾ, ਆਂਧਰਾ, ਸਭ ਪਾਸੇ, ਇਹ ਸਾਰੇ ਪਾਸੋਂ ਹੈ ਜੀ, ਸਾਡੇ USA ਕੈਨੇਡਾ ਤੋਂ ਹੈਗੇ, ਉਹਨਾਂ ਦੇ ਗਲਫ ਕੰਟਰੀਜ਼ ਤੋਂ ਹੈਗੇ, ਤਾਂ ਇਹ ਸਾਰਿਆਂ ਵਾਸਤੇ ਗਵਰਨਮੈਂਟ ਆਫ ਇੰਡੀਆ ਕੋਈ ਸਕੀਮ ਬਣਾਵੇ। ਉਹਨਾਂ ਨੇ ਹੀ ਵਿਚਾਰ ਕੀਤਾ ਸੀਗਾ, ਇੱਕ ਏਜੰਡਾ ਪਾਉਣਾ ਸੀਗਾ, ਉਹ ਤਾਂ ਵਿਚਾਰ ਵਟਾਂਦਰਾ ਮੇਰੇ ਖਿਆਲ ਦਿੱਲੀ ਚੱਲ ਰਿਹਾ ਹੋਊਗਾ ਜੀ। ਭੰਡਾਰੀ ਸਾਹਿਬ, ਉਹਨਾਂ ਦਾ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਉਹਨਾਂ ਦਾ ਫਿਜ਼ੀਕਲ ਚੈੱਕਅਪ ਹੋਏਗਾ ਕਿ ਉਹ ਸਿਹਤਮੰਦ ਹੋਣ, ਫਿਜ਼ੀਕਲ ਨਾਲੋਂ ਇਸ ਵੇਲੇ ਉਹਨਾਂ ਦੀ ਮਾਨਸਿਕ ਸਥਿਤੀ ਜ਼ਿਆਦਾ ਦੁੱਖ ਭਰੀ ਹੋਏਗੀ, ਉਹਨਾਂ ਦੀ ਦਾਸਤਾਨ ਦੁੱਖ ਭਰੀ ਹੈ ਤੇ ਪਾਗਲ ਹੋਣ ਵਾਲੀ ਗੱਲ ਹੋਈ ਹੁੰਦੀ ਹੈ, ਤੇ ਉਸ ਮਾਨਸਿਕ ਸਿਹਤ ਲਈ ਉਹਨਾਂ ਦੀ ਲਈ ਸ਼ਾਇਦ ਉਹਨਾਂ ਲਈ ਇਮੀਡੀਏਟ ਕੋਈ ਫੰਡਿੰਗ ਜਾਂ ਕੁਝ ਵੀ ਕਿਸੇ ਕਿਸਮ ਦੀ ਇਹੋ ਜਿਹੀ ਮਦਦ ਦੀ ਲੋੜ ਜ਼ਰੂਰੀ ਹੈ। ਕੀ ਤੁਸੀਂ ਸਰਕਾਰ ਨੂੰ ਕੋਈ ਇਹੋ ਜਿਹੀ ਗੁਜ਼ਾਰਿਸ਼ ਕਰੋਗੇ ਤੇ ਪੁਲਿਸ ਨੂੰ ਵੀ ਸਖਤੀ ਨਾਲ ਕਾਰਵਾਈ ਦੀ? ਬਿਲਕੁਲ ਠੀਕ, ਤੁਸੀਂ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਕਿਹਾ, ਬਿਲਕੁਲ ਪੁਲਿਸ ਦੀ ਕਾਰਵਾਈ ਤਾਂ 100% ਹੈਗਾ। ਇਹਨਾਂ ਨੂੰ ਫਾਈਨੈਂਸ਼ੀਅਲੀ ਕੀ ਮਦਦ ਕੀਤਾ ਜਾ ਸਕਦੀ ਹੈਗੀ ਹੈ, ਉਸ ਬਾਰੇ ਵੀ ਮੈਂ ਜ਼ਰੂਰ ਮੰਤਰੀ ਜੀ ਨਾਲ ਟੇਕਅਪ ਕਰੂੰਗਾ, ਰਾਣਾ ਸੋਢੀ ਸਾਹਿਬ ਨਾਲ, ਚੀਫ ਸੈਕਟਰੀ ਸਾਹਿਬ ਨਾਲ ਗੱਲ ਕਰੂੰਗਾ ਕਿ ਆਪਾਂ ਕੀ ਫਾਈਨੈਂਸ਼ੀਅਲੀ ਇਹਨਾਂ ਦੀ ਮਦਦ, ਇਮੀਡੀਏਟ ਮਦਦ ਅਸੀਂ ਕੀ ਕਰ ਸਕਦੇ ਹੈਗੇ ਹਾਂ। ਤੁਹਾਡਾ ਪੁਆਇੰਟ ਬਿਲਕੁਲ ਸੁਜੈਸ਼ਨ ਵੈਲਿਡ ਹੈਗਾ ਜੀ, ਅਸੀਂ ਜ਼ਰੂਰ ਕੰਸੀਡਰ ਕਰਾਂਗੇ। ਪਰ ਸਿਰਫ ਤੁਹਾਨੂੰ ਦੱਸਣਾ ਚਾਹੂੰਗਾ, ਇਹ 'ਚ ਬਹੁਤ ਸਾਰੇ ਲੋਕ ਜਿਹੜੇ ਆਏ ਨੇ, ਇਹ ਸਾਲ ਡੇਢ ਸਾਲ ਤੋਂ ਡਿਪੋਰਟੇਸ਼ਨ ਸੈਂਟਰ ਦੇ ਵਿੱਚ ਬੰਦ ਸੀ। ਹਾਂ, ਇਹ ਉੱਥੇ ਡਿਟੈਂਸ਼ਨ ਸੈਂਟਰਸ ਵਿੱਚ ਅਮਰੀਕਾ ਦੇ ਵਿੱਚ ਬੰਦ ਸਨ, ਤੇ ਹਰ ਕੁਝ ਦਿਨਾਂ ਬਾਅਦ ਅਖਬਾਰ ਉਹਨਾਂ ਦੀਆਂ ਤਸਵੀਰਾਂ ਛਾਪਦੇ ਨੇ, ਖਾਸ ਕਰਕੇ ਪੰਜਾਬੀ ਦੇ ਅਖਬਾਰ ਤਾਂ ਪੰਜਾਬੀਆਂ ਦੀਆਂ ਤਸਵੀਰਾਂ ਛਾਪਦੇ ਸਨ। ਇਸੇ ਕਰਕੇ ਮੈਂ ਉਹਨਾਂ ਦੀ ਮਾਨਸਿਕ ਸਿਹਤ ਦੀ ਗੱਲ ਕਰ ਰਹੀ ਹਾਂ, ਕਿਉਂਕਿ ਉਹ ਉੱਥੇ ਵੀ ਡਿਟੈਂਸ਼ਨ ਸੈਂਟਰਾਂ 'ਚ ਬੰਦ ਸਨ। ਤੇ ਫੌਰੀ ਤੌਰ 'ਤੇ ਤੁਹਾਡਾ ਇਸ ਵੇਲੇ ਵਿਭਾਗ ਨੇ ਲੋਕਾਂ ਨੂੰ ਕੀ ਹਦਾਇਤਾਂ ਕੋਈ ਜਾਰੀ ਕੀਤੀਆਂ? ਨਹੀਂ ਜੀ, ਇਸ ਬਾਰੇ ਤੁਹਾਡਾ ਪੁਆਇੰਟ ਮੈਂ ਲੈ ਲਿਆ ਹੈਗਾ, ਨੋਟਡ ਹੈਗਾ। ਅਸੀਂ ਇਹਦੇ ਕੋਈ ਫਾਈਨੈਂਸ਼ੀਅਲੀ ਕੀ ਕਰ ਸਕਦੇ ਹਾਂ ਬੈਸਟ, ਇਹਨਾਂ ਦੇ ਕੁਛ ਨਾ ਕੁਛ ਇਹਨਾਂ ਦੇ ਕੰਮ ਧੰਦੇ ਚਲਾਉਣ ਵਾਸਤੇ ਕੁਛ ਉਹ ਜ਼ਰੂਰ ਵਿਲ ਕੰਸੀਡਰ ਕੋਸਟ। ਹੋਰ ਦੁਖਦਾਈ ਗੱਲ ਇਹ ਹੈ, ਜੂਨ ਦੇ ਸ਼ੁਰੂ ਵਿੱਚ ਇੱਕ ਜਹਾਜ਼ ਹੋਰ ਭਰ ਕੇ ਆ ਰਿਹਾ ਹੈ, ਜਿਹਦੇ ਵਿੱਚ 150 ਦੇ ਕਰੀਬ ਲੋਕੀ ਹੋਣਗੇ ਡਿਪੋਰਟ ਕੀਤੇ ਜਾਣ ਵਾਲੇ ਭਾਰਤੀ। ਅਮਰੀਕਾ ਤੋਂ ਹੀ ਆਵੇਗਾ ਇਹ ਜਹਾਜ਼, ਅਤੇ ਇਹਦੇ ਵਿੱਚ ਅਧਿਕਾਰੀਆਂ ਦੇ ਦੱਸਣ ਮੁਤਾਬਕ 40 ਤੋਂ 60% ਤੱਕ ਪੰਜਾਬੀ ਹੋਣਗੇ। ਜਨਵਰੀ ਵਿੱਚ ਜਦੋਂ ਦੁਨੀਆ ਵਿੱਚ ਕਰੋਨਾ ਆਪਣੀ ਹੋਂਦ ਬਣਾ ਰਿਹਾ ਸੀ, ਹੌਲੀ ਇਹਦੇ ਬਾਰੇ ਸੂਹ ਆਉਣ ਲੱਗੀ ਸੀ ਕਿ ਕੋਈ ਅਜਿਹਾ ਵਾਇਰਸ ਆ ਰਿਹਾ ਹੈ ਜੋ ਲੋਕਾਂ ਦੀ ਜਾਨ ਲੈ ਲਵੇਗਾ। ਪਹਿਲਾਂ ਉਹਨੂੰ ਚੀਨ ਤੱਕ ਸੀਮਤ ਕੀਤਾ ਗਿਆ ਸੀ, ਤਾਂ ਫਰਵਰੀ ਵਿੱਚ ਉਸ ਵੇਲੇ ਸਾਡੇ ਮੁਲਕ ਵਿੱਚ ਅਮਰੀਕੀ ਸਦਰ ਦੀ ਮੇਜ਼ਬਾਨੀ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਅਮਰੀਕੀ ਸਦਰ ਨੂੰ ਅਸੀਂ ਭਾਰਤ ਦੀ ਬੜੀ ਚੰਗੀ ਤਸਵੀਰ ਵਿਖਾਉਣੀ ਸੀ, ਅਮਰੀਕੀ ਸਦਰ ਨੂੰ ਅਸੀਂ ਇਹ ਦਿਖਾਉਣਾ ਸੀ ਤੇ ਭਾਰਤ ਦੇ ਲੋਕਾਂ ਨੂੰ ਇਹ ਦਿਖਾਇਆ ਜਾਣਾ ਸੀ ਕਿ ਸਾਡੀ ਨੇੜਤਾ ਕਿੰਨੀ ਹੈ, ਅਮਰੀਕੀ ਸਦਰ ਦੀ ਅਤੇ ਭਾਰਤੀ ਸਦਰ ਦੀ ਕਿੰਨੀ ਕੁ ਨੇੜਤਾ ਹੈ, ਭਾਰਤੀ ਪ੍ਰਧਾਨ ਮੰਤਰੀ ਦੀ ਕਿੰਨੀ ਕੁ ਨੇੜਤਾ ਹੈ। ਅਤੇ ਇਸ ਚਾਅ ਵਿੱਚ ਇਸ ਤਰ੍ਹਾਂ ਜਾਪਦਾ ਸੀ ਕਿ ਇਸ ਦੋਸਤੀ ਵਿੱਚੋਂ ਇਸ ਤਰ੍ਹਾਂ ਜਾਪਦਾ ਸੀ ਕਿ ਉਹ ਭਾਰਤੀਆਂ ਬਾਰੇ ਥੋੜ੍ਹਾ ਨਰਮ ਰੁਖ ਅਖਤਿਆਰ ਕਰੇਗਾ ਅਮਰੀਕੀ ਸਦਰ, ਪਰ ਅਜਿਹਾ ਕੁਝ ਨਹੀਂ ਹੋਇਆ। ਉਸ ਦੀ ਭਾਰਤ ਫੇਰੀ ਮੌਕੇ ਉਸ ਦਾ ਰੱਜ ਕੇ ਸਵਾਗਤ ਕੀਤਾ ਗਿਆ, ਗੀਤ ਗਾਏ ਗਏ, ਰੰਗ ਰਾਸ ਹੋਏ, ਬੜਾ ਕੁਝ ਹੋਇਆ, ਜਸ਼ਨ ਹੋਏ, ਪਰ ਅਮਰੀਕੀ ਸਦਰ ਦਾ ਕਾਸੇ 'ਤੇ ਵੀ ਦਿਲ ਨਹੀਂ ਪਸੀਜਿਆ। ਉਹ ਆਪਣੀ ਨੀਤੀ ਨੂੰ ਲੈ ਕੇ ਚੱਲਦੇ ਹਨ, ਉਹਨਾਂ ਨੇ ਜੋ ਕਰਨਾ ਹੈ ਉਹ ਕਰ ਦਿੰਦੇ ਹਨ। ਅਤੇ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਅਮਰੀਕੀ ਸਦਰ ਦੀ ਭਾਰਤ ਫੇਰੀ ਮਗਰੋਂ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਸਿਲਸਿਲਾ ਥੋੜ੍ਹਾ ਘਟੇਗਾ, ਇਹਨੂੰ ਥੋੜ੍ਹੀ ਠੱਲ ਪਏਗੀ, ਪਰ ਅਜਿਹਾ ਕੁਝ ਨਹੀਂ ਵਾਪਰਿਆ। ਅਤੇ ਹੁਣ 2 ਜੂਨ ਨੂੰ ਇੱਕ ਹੋਰ ਜਹਾਜ਼ ਆ ਰਿਹਾ ਹੈ ਭਾਰਤੀਆਂ ਨੂੰ ਡਿਪੋਰਟ ਕਰਨ ਲਈ, ਭਾਰਤੀਆਂ ਨੂੰ ਭਰ ਕੇ ਇੱਥੇ ਛੱਡ ਜਾਵੇਗਾ। ਫਿਰ ਅਮਰੀਕਾ ਤੋਂ ਆਇਆ ਇਹ ਜਹਾਜ਼ ਦਿੱਲੀ ਆਵੇਗਾ, ਖੌਰੇ ਅੰਮ੍ਰਿਤਸਰ ਆਵੇਗਾ ਜਾਂ ਕਿਸੇ ਹੋਰ ਹਵਾਈ ਅੱਡੇ 'ਤੇ ਆਵੇਗਾ, ਕਿਤੇ ਵੀ ਆਵੇ, ਪਰ ਭਾਰਤੀਆਂ ਲਈ ਤੇ ਖਾਸ ਕਰ ਪੰਜਾਬੀਆਂ ਲਈ ਇਹ ਕੋਈ ਚੰਗੀਆਂ ਖਬਰਾਂ ਨਹੀਂ ਹਨ।
ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।